ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 43ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਸ਼ਬਦ ਮਨੂਰ ਦੇ ਅਰਥ ਜਾਣਾਂਗੇ ਅਤੇ ਗੁਰਬਾਣੀ ਵਿੱਚੋਂ ਕੁਝ ਉਦਾਹਰਣ ਸਾਂਝੇ ਕਰਾਂਗੇ। ਮਨੂਰ ਮੂਲ ਸ਼ਬਦ ਮੰਡਰ ਤੋਂ ਮੰਡੂਰ ਬਣਿਆ ਤੇ ਫਿਰ ਬਣਿਆ ਮਨੂਰ, ਅਰਥਾਤ ਮੂਲ ਸ਼ਬਦ ਹੈ ਮੰਡਰ, ਮੰਡਰ ਵਿਗੜ ਕੇ ਬਣਿਆ ਮੰਡੂਰ ਤੇ ਫਿਰ ਬਣ ਗਿਆ ਮਨੂਰ। ਸੋ ਇਹਦਾ ਅਰਥ ਕੀ ਹੈ? ਲੋਹੇ ਦੀ ਮੈਲ। ਲੋਹਾ ਢਾਲਣ ਤੇ ਖੰਗਰ ਦੀ ਸ਼ਕਲ ਦਾ ਢੇਲਾ ਜੋ ਕਿ ਸ਼ੁੱਧ ਲੋਹੇ ਤੋਂ ਵੱਖ ਹੋ ਜਾਂਦਾ ਹੈ, ਅਰਥਾਤ ਜੋ ਲੋਹੇ ਦੀ ਮੈਲ ਹੈਗੀ ਹੈ, ਜਦੋਂ ਲੋਹਾਰ ਉਹਨੂੰ ਲੋਹੇ ਨੂੰ ਪਿਘਾਲਦਾ ਹੈ ਤੇ ਮੈਲ ਜੁਦਾ ਹੋ ਜਾਂਦੀ ਹੈ ਤੇ ਸ਼ੁੱਧ ਲੋਹਾ ਜਿਹੜਾ ਹੈ ਉਹ ਵੱਖਰਾ ਹੋ ਜਾਂਦਾ ਹੈ। ਸੋ ਇਹਦਾ ਭਾਵ ਅਰਥ ਹੈਗਾ ਮੈਲਾ ਮਨ। ਜਿਵੇਂ ਮਨੂਰ ਦੀ ਕੋਈ ਕੀਮਤ ਨਹੀਂ ਹੈਗੀ, ਲੋਹਾਰ ਜਿਹੜਾ ਹੈ ਉਸ ਮਨੂਰ ਨੂੰ ਸਾਂਭ ਕੇ ਨਹੀਂ ਰੱਖਦਾ, ਉਹ ਸੁੱਟ ਦਿੰਦਾ, ਉਹਦੀ ਕੋਈ ਕੀਮਤ ਨਹੀਂ ਹੈਗੀ। ਸੋ ਮੈਲਾ ਮਨ ਜਾਂ ਓਛਾ, ਨਿਗੁਣਾ, ਨਖਿੱਧ, ਵਿਕਾਰੀ ਜੀਵਨ, ਇਹ ਭਾਵ ਅਰਥ ਹੈ ਮਨੂਰ ਦਾ। ਆਓ ਦੇਖੀਏ ਹੁਣ ਗੁਰਬਾਣੀ ਵਿੱਚੋਂ ਕੁਝ ਉਦਾਹਰਣ। ਧੰਦੈ ਧਾਵਤ ਮਨ ਭਇਆ ਮਨੂਰਾ, ਅਰਥਾਤ ਜਦੋਂ ਮਨੁੱਖ ਸਿਰਫ ਤੇ ਸਿਰਫ ਮਾਇਆ ਦੇ ਧੰਦਿਆਂ ਵਿੱਚ ਖਚਿਤ ਹੋ ਕੇ ਮਾਇਆ ਦੀ ਖਾਤਰ ਹੀ ਦੌੜ ਭੱਜ ਕਰਦਾ ਰਹਿੰਦਾ ਹੈ ਤੇ ਉਸ ਦਾ ਮਨ ਫਿਰ ਕੀ ਬਣ ਜਾਂਦਾ ਹੈ? ਮਨੂਰ ਬਣ ਜਾਂਦਾ ਹੈ। ਅਰਥਾਤ ਇਸ ਉੱਤਮ ਮਨੁੱਖੀ ਜੀਵਨ ਦੀ ਜਿਹੜੀ ਪਦਵੀ ਹੈ ਉਹ ਹੇਠਾਂ ਨੂੰ ਚਲੀ ਜਾਂਦੀ ਹੈ, ਜੀਵਨ ਨੀਵੇਂ ਪੱਧਰ ਤੇ ਚਲਾ ਜਾਂਦਾ ਹੈ। ਪਰ ਕਹਿੰਦੇ ਫਿਰ ਹੋਵੇ ਕੰਚਨ, ਕੰਚਨ ਦਾ ਮਤਲਬ ਸੋਨਾ, ਪਰ ਇਹ ਮਨੂਰ ਹੋਇਆ ਮਨ ਮੁੜ ਕੇ ਫਿਰ ਸੋਨਾ ਹੋ ਜਾਂਦਾ ਹੈ। ਭੇਟੈ ਗੁਰਪੂਰਾ, ਜਦੋਂ ਮਨੁੱਖ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਅਰਥਾਤ ਜਦੋਂ ਮਨੁੱਖ ਗੁਰਬਾਣੀ ਪੜ੍ਹਨ ਲੱਗ ਜਾਂਦਾ ਹੈ, ਗੁਰਬਾਣੀ ਸੁਣਨ ਲੱਗ ਜਾਂਦਾ ਹੈ, ਗੁਰਬਾਣੀ ਵਿਚਾਰਨ ਲੱਗ ਜਾਂਦਾ ਹੈ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ, ਸੇਵਾ ਸਿਮਰਨ ਵਿੱਚ ਜੁੜ ਜਾਂਦਾ ਹੈ, ਫਿਰ ਇਹ ਮਨੂਰ ਹੋਇਆ ਮਨ ਮੁੜ ਕੇ ਫਿਰ ਦੁਬਾਰਾ ਸ਼ੁੱਧ ਸੋਨੇ ਵਰਗਾ ਹੋ ਜਾਂਦਾ ਹੈ। ਅਰਥਾਤ ਜੀਵਨ ਜੋ ਨਖਿੱਧ ਸੀ ਉਹ ਬੜਾ ਹੁਣ ਸੋਹਣਾ ਤੇ ਕੀਮਤੀ ਹੀਰੇ ਵਰਗਾ ਬਣ ਜਾਂਦਾ ਹੈ। ਆਪੇ ਬਖਸ਼ ਲੈ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ, ਪਰਮਾਤਮਾ ਵਾਹਿਗੁਰੂ ਆਪ ਮਨੁੱਖਾਂ ਤੇ ਬਖਸ਼ਿਸ਼ ਕਰਕੇ ਉਹਨਾਂ ਨੂੰ ਪੂਰੇ ਗੁਰੂ ਦੇ ਨਾਲ ਮੇਲ ਮਿਲਾ ਦਿੰਦਾ ਹੈ ਤੇ ਫਿਰ ਇਸ ਤਰ੍ਹਾਂ ਪੂਰੇ ਸ਼ਬਦ ਮਿਲਾਈ ਹੈ, ਅਰਥਾਤ ਪੂਰੇ ਗੁਰੂ ਦੀ ਬਾਣੀ ਰਾਹੀਂ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਉਹ ਜੁੜ ਜਾਂਦੇ ਹਨ ਤੇ ਫਿਰ ਸੁਖ ਪਾਏ, ਤੇ ਇਸ ਤਰ੍ਹਾਂ ਇਹੋ ਜਿਹੇ ਮਨੁੱਖ ਫਿਰ ਸਦੀਵੀ ਸੁਖ ਦਾ ਆਨੰਦ ਮਾਣਦੇ ਹਨ। ਪੌੜੀ। ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ, ਸਭ ਕੋ ਅਰਥਾਤ ਹਰ ਇੱਕ ਜੀਵ, ਲੇਖੇ ਵਿੱਚ ਅਰਥਾਤ ਹੁਕਮ ਵਿੱਚ, ਪਰਮਾਤਮਾ ਦੀ ਬਣਾਈ ਹੋਈ ਮਰਿਆਦਾ, ਪਰਮਾਤਮਾ ਦੇ ਅਟਲ ਹੁਕਮ ਵਿੱਚ ਮਨੁੱਖ ਤੁਰਦਾ ਫਿਰਦਾ ਵਿਚਰਦਾ ਹੈ, ਸਾਹ ਲੈਂਦਾ ਹੈ, ਜੀਵਨ ਬਤੀਤ ਕਰਦਾ ਹੈ, ਵਿਚਰਦਾ ਹੈ। ਮਨਮੁਖ ਅਹੰਕਾਰੀ, ਪਰ ਜਿਹੜਾ ਮਨ ਦਾ ਮੁਰੀਦ ਹੈ ਪਰਮਾਤਮਾ ਦੇ ਹੁਕਮ ਦੇ ਨਾਲ ਸਾਂਝ ਨਹੀਂ ਪਾਉਂਦਾ, ਪਰਮਾਤਮਾ ਦੇ ਹੁਕਮ ਨੂੰ ਨਹੀਂ ਪਛਾਣਦਾ ਅਤੇ ਮੈਂ ਦਾ ਸ਼ਿਕਾਰੀ ਹੋਇਆ ਰਹਿੰਦਾ ਹੈ, ਅਹੰਕਾਰ ਕਰਦਾ ਹੈ। ਹਰ ਨਾਮ ਕਦੇ ਨਾ ਚੇਤੇਈ ਜਮਕਾਲ ਸਿਰ ਮਾਰੀ, ਮਨਮੁਖ ਜਿਹੜਾ ਹੈ ਪਰਮਾਤਮਾ ਦੇ ਨਾਮ ਨੂੰ ਨਹੀਂ ਚੇਤੇ ਕਰਦਾ, ਸ਼ੁਕਰਾਨਾ ਨਹੀਂ ਕਰਦਾ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਤੇ ਉਸਦੇ ਸਿਰ ਦੇ ਉੱਤੇ ਜਮਕਾਲ ਹਰ ਵੇਲੇ ਮੌਤ ਦੀ ਚੋਟ ਮਾਰਦਾ ਹੈ। ਅਰਥਾਤ ਇਹੋ ਜਿਹਾ ਮਨੁੱਖ ਹਰ ਵੇਲੇ ਆਤਮਿਕ ਮੌਤ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਉਹਦੇ ਸਿਰ ਤੇ ਹਮੇਸ਼ਾ ਸਹਿਮ ਡਰ ਬਣਿਆ ਰਹਿੰਦਾ ਹੈ। ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਨਮੁਖ ਜਿਹੜਾ ਹੈ ਉਹ ਪਾਪ ਤੇ ਵਿਕਾਰ ਰੂਪੀ ਮਨੂਰ ਅਰਥਾਤ ਮੈਲ, ਨਖਿੱਧ ਚੀਜ਼, ਅਰਥਾਤ ਬੇਲੋੜਾ ਬੋਝ, ਬੇਲੋੜਾ ਭਾਰ ਆਪਣੇ ਸਿਰ ਤੇ ਲੱਦਿਆ ਫਿਰਦਾ ਹੈ, ਉਸਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ ਪਾਪਾਂ ਦਾ, ਵਿਕਾਰਾਂ ਦਾ। ਮਾਰਗ ਬਿਖਮ ਡਰਾਵਣਾ, ਤੇ ਇਸ ਤਰ੍ਹਾਂ ਉਹ ਇਹ ਗੱਲ ਨਹੀਂ ਸਮਝਦਾ ਕਿ ਉਹਦੀ ਆਉਣ ਵਾਲੀ ਜ਼ਿੰਦਗੀ ਦਾ ਜੋ ਪੈਂਡਾ ਹੈ, ਜੋ ਰਸਤਾ ਹੈ ਉਹ ਬਿਖਮ ਤੇ ਡਰਾਵਣਾ ਬਣਦਾ ਜਾਂਦਾ ਹੈ, ਡਰਾਉਣਾ ਤੇ ਔਖਾ ਬਣਦਾ ਜਾਂਦਾ ਹੈ ਤੇ ਕਿਉਂ ਤਰੀਏ ਤਾਰੀ, ਤੇ ਇਸ ਭਵ ਸਾਗਰ ਤੋਂ ਪਾਪ ਤੇ ਵਿਕਾਰ ਰੂਪੀ ਮਨੂਰ ਦਾ ਭਾਰ ਲੱਦ ਕੇ ਕਿਵੇਂ ਤਰਿਆ ਜਾ ਸਕਦਾ ਹੈ।
ਨਾਨਕ ਗੁਰ ਰਾਖੇ ਸੇ ਉਬਰੇ। ਪਰ ਜਿਨ੍ਹਾਂ ਮਨੁੱਖਾਂ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹ ਗੁਰੂ ਦੀ ਸ਼ਰਨ ਆ ਜਾਂਦੇ ਹਨ ਤੇ ਗੁਰੂ ਇਹੋ ਜਿਹੇ ਮਨੁੱਖਾਂ ਨੂੰ ਰੱਖ ਲੈਂਦਾ ਹੈ। ਕਿਸ ਤਰ੍ਹਾਂ? ਕਿਵੇਂ ਗੁਰੂ ਫਿਰ ਉਹਨਾਂ ਨੂੰ ਸਿਮਰਨ ਬੰਦਗੀ ਗੁਰਬਾਣੀ ਨਾਲ ਜੋੜਦਾ ਹੈ, ਜੀਵਨ ਦੀ ਸਹੀ ਦਿਸ਼ਾ ਦਿਖਾਉਂਦਾ ਹੈ। ਜਿਵੇਂ ਅਸੀਂ ਗੁਰਬਾਣੀ ਪੜ੍ਹ ਕੇ ਸਾਨੂੰ ਜੀਵਨ ਦੇ ਮਨੋਰਥ ਦਾ ਪਤਾ ਲੱਗਦਾ ਹੈ। ਸੋ ਨਾਨਕ ਗੁਰ ਰਾਖੇ ਸੇ ਉਬਰੇ, ਉਹ ਬਚ ਜਾਂਦੇ ਨੇ ਹਰ ਨਾਮ ਉਧਾਰੀ। ਕਿਉਂ? ਫਿਰ ਗੁਰਬਾਣੀ ਪੜ੍ਹ ਕੇ ਉਹ ਮੈਂ ਦੀ ਜਿਹੜੀ ਬਿਰਤੀ ਹੈ ਉਹਨੂੰ ਛੱਡ ਕੇ ਹਰੀ ਦੇ ਨਾਮ ਦਾ ਤੂੰ ਵਾਹਿਗੁਰੂ ਦਾ ਸਿਮਰਨ ਬੰਦਗੀ ਉਹ ਕਰਨ ਲੱਗ ਜਾਂਦੇ ਹਨ ਤੇ ਇਸ ਤਰ੍ਹਾਂ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ, ਸੱਚ ਹੈ ਸ਼ਬਦ ਵਿਚਾਰ। ਹੇ ਪਿਆਰੇ, ਉਸ ਪਰਮਾਤਮਾ ਨੇ ਕਿਹੜੇ ਕਿਹੜੇ ਅਪਰਾਧੀ ਨੂੰ ਬਖਸ਼ਿਆ, ਅਰਥਾਤ ਬਹੁਤ ਸਾਰੇ ਅਨੇਕਾਂ ਅਪਰਾਧੀਆਂ ਨੂੰ ਅਕਾਲ ਪੁਰਖ ਨੇ ਸੱਚ ਹੈ ਸ਼ਬਦ ਵਿਚਾਰ, ਸੱਚੇ ਗੁਰੂ ਦੀ ਜੋ ਸ਼ਬਦ ਹੈ ਉਹਦੇ ਵਿੱਚ ਜੋੜ ਕੇ ਉਹਨਾਂ ਨੂੰ ਵਿਚਾਰਵਾਨ ਬਣਾ ਕੇ ਪਰਮਾਤਮਾ ਨੇ ਇਹੋ ਜਿਹੇ ਮਨੁੱਖਾਂ ਨੂੰ ਬਖਸ਼ ਦਿੱਤਾ ਹੈ। ਕਈ ਅਪਰਾਧੀਆਂ ਨੂੰ ਅਕਾਲ ਪੁਰਖ ਨੇ ਗੁਰਬਾਣੀ ਨਾਲ ਜੋੜ ਕੇ ਉਹਨਾਂ ਨੂੰ ਵਿਚਾਰਵਾਨ ਬਣਾ ਕੇ ਉਹਨਾਂ ਨੂੰ ਬਖਸ਼ ਦਿੱਤਾ ਹੈ। ਭਉਜਲ ਪਾਰ ਉਤਾਰਿਅਨ ਭਾਈ, ਸਤਿਗੁਰ ਬੇੜਾ ਛਾੜ। ਸਤਿਗੁਰੂ ਦੇ ਸ਼ਬਦ ਰੂਪੀ ਬੇੜੇ ਤੇ ਜਹਾਜ਼ ਦੇ ਉੱਤੇ ਚਾੜ ਕੇ ਅਕਾਲ ਪੁਰਖ ਵਾਹਿਗੁਰੂ ਨੇ ਕਈਆਂ ਨੂੰ ਇਸ ਭਵਸਾਗਰ ਤੋਂ ਪਾਰ ਕੀਤਾ ਹੈ। ਮਨੂਰੈ ਤੇ ਕੰਚਨ ਵਹਿ ਭਾਈ, ਗੁਰ ਪਾਰਸ ਮੇਲ ਮਿਲਾਏ। ਜਦੋਂ ਵਾਹਿਗੁਰੂ ਕਿਰਪਾ ਕਰਦਾ ਹੈ ਤੇ ਗੁਰੂ ਪਾਰਸ ਦੇ ਨਾਲ ਮੇਲ ਹੁੰਦਾ ਹੈ ਤੇ ਫਿਰ ਮਨੁੱਖ ਮਨੂਰ ਤੋਂ ਕੰਚਨ ਬਣ ਜਾਂਦਾ ਹੈ, ਅਰਥਾਤ ਜਿਹੜਾ ਜੀਵਨ ਬਿਲਕੁਲ ਨਖਿੱਧ ਸੀ ਉਹ ਜੀਵਨ ਹੁਣ ਬੜਾ ਵਧੀਆ ਤੇ ਫਲਦਾਇਕ ਬਣ ਜਾਂਦਾ ਹੈ ਤੇ ਗੁਰੂ ਪਾਰਸ ਆਪਣੇ ਨਾਲ ਜੋੜ ਕੇ ਅਕਾਲ ਪੁਰਖ ਦੇ ਨਾਲ ਚਰਨਾਂ ਦੇ ਨਾਲ ਇਹੋ ਜਿਹੇ ਮਨੁੱਖਾਂ ਨੂੰ ਜੋੜ ਦਿੰਦਾ ਹੈ। ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ। ਤੇ ਜਦੋਂ ਇਹੋ ਜਿਹੇ ਮਨੁੱਖ ਫਿਰ ਗੁਰਬਾਣੀ ਦੇ ਨਾਲ ਸਾਂਝ ਪਾ ਲੈਂਦੇ ਹਨ, ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦੇ ਹਨ ਤੇ ਉਹ ਫਿਰ ਆਪਣਾ ਭਾਵ ਆਪਣਾ ਭਾਵ ਛੱਡ ਕੇ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਤੇ ਗੁਰੂ ਉਹਨਾਂ ਦੀ ਜੋਤ ਨੂੰ ਅਰਥਾਤ ਉਹਨਾਂ ਦੀ ਸੁਰਤ ਨੂੰ ਪਰਮਾਤਮਾ ਦੀ ਪਰਮ ਸੁਰਤ ਪਰਮਾਤਮਾ ਦੀ ਪਰਮ ਜੋਤ ਦੇ ਨਾਲ ਮਿਲਾ ਲੈਂਦਾ ਹੈ ਤੇ ਉਹ ਅਕਾਲ ਪੁਰਖ ਦੇ ਧਿਆਨ ਵਿੱਚ ਇਕਮਿਕ ਹੋਏ ਆਪਣਾ ਜੀਵਨ ਬੜਾ ਵਧੀਆ ਗੁਜ਼ਾਰਦੇ ਹਨ। ਮਾਰੂ ਤੇ ਸੀਤਲ ਕਰੇ, ਮਨੂਰੋ ਕੰਚਨ ਹੋਏ। ਮਾਰੂ ਦਾ ਅਰਥ ਹੈ ਮਾਰੂਥਲ, ਰੇਗਿਸਤਾਨ, ਅਰਥਾਤ ਮਾਰੂਥਲ ਵਰਗੇ ਤਪਦੇ ਹੋਏ ਹਿਰਦਿਆਂ ਤੋਂ ਸੀਤਲ ਕਰੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਹੈ, ਗੁਰੂ ਦਾ ਸ਼ਬਦ ਹੈ, ਉਹ ਤਪਦੇ ਹਿਰਦਿਆਂ ਨੂੰ ਠੰਡਾ ਕਰ ਦਿੰਦਾ ਹੈ ਤੇ ਮਨੂਰੋਂ ਕੰਚਨ ਹੋਏ ਤੇ ਮਨੂਰ ਤੋਂ ਸੋਨਾ ਬਣਾ ਦਿੰਦਾ ਹੈ, ਅਰਥਾਤ ਮਨੂਰ ਹੋਏ ਮਨ ਨੂੰ ਸੋਨੇ ਵਰਗਾ ਸ਼ੁੱਧ ਤੇ ਕੀਮਤੀ ਬਣਾ ਦਿੰਦਾ ਹੈ। ਸੋ ਸਾਚਾ ਸਾਲਾਹੀ ਹੈ, ਤਿਸ ਜੇਵਡ ਅਵਰ ਨਾ ਕੋਇ। ਹੇ ਭਾਈ, ਉਸ ਸਦਾ ਥਿਰ ਪਰਮਾਤਮਾ, ਸਾਚਾ ਦਾ ਮਤਲਬ ਹੈ ਸਦਾ ਥਿਰ ਪਰਮਾਤਮਾ, ਸਾਲਾਹੀ ਹੈ, ਉਹਦੀ ਸਿਫਤ ਕਰਨੀ ਚਾਹੀਦੀ ਹੈ, ਉਹਦੇ ਗੀਤ ਗਾਣੇ ਚਾਹੀਦੇ ਹਨ। ਤਿਸ ਜੇਵਡ ਅਵਰ ਨਾ ਕੋਇ, ਉਹਦੇ ਵਰਗੀ ਕੋਈ ਹੋਰ ਹਸਤੀ ਪੂਰੇ ਬ੍ਰਹਿਮੰਡ ਵਿੱਚ ਨਹੀਂ ਹੈ। ਮੇਰੇ ਮਨ ਅਨਦਿਨ ਧਿਆਏ ਹਰ ਨਾਉ। ਅਨਦਿਨ ਦਾ ਅਰਥ ਹੈ ਹਰ ਰੋਜ਼। ਹੇ ਮੇਰੇ ਮਨ, ਹਰ ਰੋਜ਼ ਉਸ ਪਰਮਾਤਮਾ ਦਾ ਨਾਮ ਧਿਆ। ਸਤਿਗੁਰ ਕੈ ਬਚਨ ਅਰਾਧ ਤੂੰ, ਅਨਦਿਨ ਗੁਣ ਗਾਉ। ਹੇ ਭਾਈ, ਸਤਿਗੁਰੂ ਦੇ ਬਚਨਾਂ ਨੂੰ ਜੀਵਨ ਦਾ ਆਸਰਾ ਬਣਾ। ਸਤਿਗੁਰੂ ਦੇ ਬਚਨਾਂ ਦੇ ਉੱਤੇ ਤੁਰ ਕੇ, ਸਤਿਗੁਰੂ ਦੇ ਬਚਨਾਂ ਨੂੰ ਪੜ੍ਹ ਕੇ, ਵਿਚਾਰ ਕੇ, ਕਮਾ ਕੇ ਤੂੰ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕਰ ਤੇ ਅਨਦਿਨ ਗੁਣ ਗਾਓ ਤੇ ਹਰ ਰੋਜ਼ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਰਹਿ, ਤਾਂ ਕਿ ਉਹ ਪਰਮਾਤਮਾ ਦੇ ਜਿਹੜੇ ਨਿਰਮਲ ਗੁਣ ਨੇ ਉਹ ਤੇਰੀ ਸੁਰਤ ਦਾ ਹਿੱਸਾ ਬਣ ਜਾਣ, ਤੇਰੇ ਅਚੇਤ ਮਨ ਵਿੱਚ ਰਚ ਮਿਚ ਜਾਣ, ਤਾਂ ਕਿ ਫਿਰ ਸਹਿਜ ਸੁਭਾਏ ਜਦੋਂ ਤੂੰ ਤੁਰੇ ਫਿਰੇਂਗਾ, ਜੀਵਨ ਆਪਣਾ ਬਸ਼ਰ ਕਰੇਂਗਾ ਤੇ ਉਹ ਗੁਣ ਜਿਹੜੇ ਨੇ ਉਹ ਤੇਰੇ ਕਰਮਾਂ ਵਿੱਚ ਪ੍ਰਗਟ ਹੋਣਗੇ। ਆਓ ਹੁਣ ਅੰਤ ਵਿੱਚ ਭਾਈ ਗੁਰਦਾਸ ਜੀ ਦੀ ਇੱਕ ਕਵਿਤ ਰਾਹੀਂ ਕਵਿਤ ਦਾ ਉਦਾਹਰਣ ਇੱਕ ਲੈ ਲੈਂਦੇ ਹਾਂ। ਗੁਰਮਤਿ ਸਤ ਕਰ। ਗੁਰਮਤਿ ਦਾ ਅਰਥ ਹੈ ਗੁਰੂ ਦੀ ਮਤ। ਸਤ ਕਰ ਮੈਨੇ ਸੱਚ ਕਰਕੇ ਜਾਣੀਏ, ਸੱਚ ਕਰਕੇ ਜਾਣਨ ਦੇ ਨਾਲ, ਅਰਥਾਤ ਗੁਰੂ ਦੀ ਮਤ ਦੇ ਉੱਤੇ ਸਿਦਕ ਲਿਆ ਕੇ, ਜਿਵੇਂ ਕਿ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ,
सतगुर की बाणी सत सत कर जानो गुर सिखो, हर करता आप मूहों कढाए। वाह वाह बाणी निरंकार है, तिस जेवड़ अवर ना कोई। बाणी गुरु, गुरु है बाणी। सो कहते गुरमत सत कर, अर्थात गुरु दी मत दे उत्ते सिदक लिआया। सिंबल सफल वहे, सिंबल हुंदा सिंबल दा रुख, ਜਿਹਦੇ ਨਾ ਪੱਤੇ ਕੰਮਦੇ ਨਾ ਫੁੱਲ ਕੰਮਦੇ ਨਾ ਫਲ ਕੰਮਦੇ। ਪੰਛੀ ਕੋਈ ਆ ਕੇ ਨਾ ਇਹਦੇ ਪੱਤੇ ਖਾਂਦਾ, ਨਾ ਫੁੱਲ ਖਾਂਦਾ, ਨਾ ਫਲ ਖਾਂਦਾ। ਅਰਥਾਤ ਜਿਹੜਾ ਜੀਵਨ ਬਿਲਕੁਲ ਰੁੱਖਾ ਹੈ, ਜਿਹਦੇ ਵਿੱਚ ਕੋਈ ਖੂਬੀ ਨਹੀਂ, ਉਹ ਸਫਲ ਹੋ ਜਾਂਦਾ ਹੈ, ਅਰਥਾਤ ਉਹ ਫਲਾਂ ਨਾਲ ਭਰ ਜਾਂਦਾ ਹੈ। ਗੁਣਾਂ ਤੋਂ ਵੀ ਹੋਣਾ ਜੀਵਨ ਗੁਣਾਂ ਵਾਲਾ ਬਣ ਜਾਂਦਾ ਹੈ, ਜੇ ਮਨੁੱਖ ਗੁਰੂ ਦੀ ਮੱਤ ਉੱਤੇ ਸਿਦਕ ਲੈ ਆਵੇ। ਗੁਰਮਤਿ ਸੱਤ ਕਰ ਬਾਂਸ ਮੈਂ ਸੁਗੰਧ ਹੈ। ਬਾਂਸ ਅਸੀਂ ਜਾਣਦੇ ਹਾਂ ਬਿਲਕੁਲ ਸਿੱਧਾ ਤਣਿਆ ਹੁੰਦਾ ਹੈ, ਅਹੰਕਾਰ ਦਾ ਪ੍ਰਤੀਕ ਹੈ। ਚੰਦਨ ਦੇ ਕੋਲ ਵੀ ਉੱਗੇ ਪਰ ਇਹਦੇ ਵਿੱਚ ਸੁਗੰਧੀ ਨਹੀਂ ਆਉਂਦੀ। ਪਰ ਕਹਿੰਦੇ ਬਾਂਸ ਵਰਗਾ ਮਨੁੱਖ, ਅਹੰਕਾਰੀ ਮਨੁੱਖ ਜੇ ਗੁਰਮਤ ਨੂੰ ਸੱਤ ਕਰਕੇ ਮੰਨ ਲਵੇ ਤੇ ਉਹਦੇ ਵਿੱਚ ਵੀ ਗੁਣਾ ਰੂਪੀ, ਨਿਮਰਤਾ ਰੂਪੀ, ਠੰਡਕ ਰੂਪੀ ਸੁਗੰਧੀ ਜਿਹੜੀ ਹੈ ਆ ਜਾਂਦੀ ਹੈ। ਜੀਵਨ ਉਹਦਾ ਬੜਾ ਮਹਿਕ ਵਾਲਾ ਬਣ ਜਾਂਦਾ ਹੈ। ਫਿਰ ਕਹਿੰਦੇ ਗੁਰਮਤ ਸੱਤ ਕਰ ਕੰਚਨ ਭਏ ਮਨੂਰ। ਗੁਰਮਤ ਦੇ ਉੱਤੇ ਸਿਦਕ ਲਿਆਇਆ ਮਨੂਰ ਹੋਇਆ ਮਨ ਜਿਹੜਾ ਹੈ ਸੋਨਾ ਬਣ ਜਾਂਦਾ ਹੈ। ਗੁਰਮਤ ਸੱਤ ਕਰ ਪਰਖਤ ਅੰਧ ਹੈ। ਅੰਧ ਮੈਨੇ ਅੰਨਾ, ਅਰਥਾਤ ਗਿਆਨ ਵੀ ਹੋਣਾ ਮੰਨਣਾ, ਗਿਆਨ ਵੀ ਹੋਣਾ ਆਦਮੀ, ਤੇ ਪਰਖਤ ਮੈਨੇ ਪਾਰਖੂ, ਪਰਖਣ ਵਾਲਾ। ਅਰਥਾਤ ਗੁਰਮਤ ਦੇ ਉੱਤੇ ਸਿਦਕ ਲਿਆਇਆ ਗਿਆਨ ਦਾ ਅੰਨਾ ਮਨੁੱਖ ਵੀ ਵਿਵੇਕਵਾਨ ਬਣ ਜਾਂਦਾ ਹੈ, ਵਿਵੇਕੀ ਬਣ ਜਾਂਦਾ ਹੈ। ਉਹਨੂੰ ਸੱਚ ਝੂਠ ਦੀ ਪਰਖ ਕਰਨੀ ਆ ਜਾਂਦੀ ਹੈ। ਗੁਰਮਤ ਸੱਤ ਕਰ ਕਾਲਕੂਟ ਅੰਮ੍ਰਿਤ ਹੋਏ। ਕਾਲਕੂਟ ਦਾ ਅਰਥ ਹੈ ਜ਼ਹਿਰ, ਜ਼ਹਿਰੀਲਾ ਜੀਵਨ, ਅਰਥਾਤ ਕੌੜਾ ਬੋਲਣ ਵਾਲੇ ਜਿਹੜੇ ਆਪਣੇ ਹਿਰਦੇ ਵਿੱਚ ਨਫ਼ਰਤ, ਬਦਲੇ ਦੀ ਭਾਵਨਾ ਪਾਲੀ ਰੱਖਦੇ ਹਨ, ਉਹ ਅੰਮ੍ਰਿਤਮਈ ਬਣ ਜਾਂਦੇ ਹਨ। ਉਹਨਾਂ ਦੇ ਬੋਲ ਮਿੱਠੇ ਹੋ ਜਾਂਦੇ ਹਨ। ਗੁਰਮਤ ਦੇ ਉੱਤੇ ਸਿਦਕ ਲਿਆਇਆ ਕੌੜੇ ਬੋਲ ਬੋਲਣ ਵਾਲੇ ਵੀ ਅੰਮ੍ਰਿਤਮਈ ਬੋਲ ਬੋਲਣ ਲੱਗ ਜਾਂਦੇ ਹਨ। ਕਾਲ ਮੈਂ ਅਕਾਲ ਭਏ। ਕਾਲ ਮੈਨੇ ਮੌਤ, ਅਕਾਲ ਮੈਨੇ ਮੌਤ ਤੋਂ ਰਹਿਤ। ਅਰਥਾਤ ਇਸ ਜਗਤ ਵਿੱਚ ਰਹਿੰਦੇ ਹੋਏ ਜਿੱਥੇ ਹਰ ਵੇਲੇ ਮੌਤ ਦਾ ਸਾਇਆ ਸਿਰ ਤੇ ਹੈ, ਉਹ ਅਕਾਲ ਭਏ, ਉਹਨਾਂ ਦਾ ਮੌਤ ਦਾ ਡਰ ਚੁੱਕਿਆ ਜਾਂਦਾ ਹੈ। ਉਹਨਾਂ ਦੇ ਜੀਵਨ ਚੋਂ ਮੌਤ ਨਾਮ ਦਾ ਕੋਈ ਸਹਿਮ ਡਰ ਨਹੀਂ ਰਹਿ ਜਾਂਦਾ। ਅਸਥਿਰ ਕੰਧ ਹੈ, ਅਰਥਾਤ ਉਹ ਸਦੀਵੀ ਜੀਵਨ ਵਾਲੇ ਬਣ ਜਾਂਦੇ ਹਨ। ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਗੁਰਮਤ ਸੱਤ ਕਰ ਜੀਵਨ ਮੁਕਤ ਬਹਿ। ਜਿਹੜੇ ਗੁਰਮਤ ਦੇ ਉੱਤੇ ਸਿਦਕ ਲਿਆਉਂਦੇ ਹਨ, ਉਹ ਫਿਰ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਆਸ ਵਿੱਚ ਨਹੀਂ ਜਿਉਂਦੇ। ਉਹ ਜੀਂਦੇ ਜੀ ਮੁਕਤ ਹੋ ਜਾਂਦੇ ਹਨ। ਲਾਲਚ ਤੋਂ, ਈਰਖਾ ਤੋਂ, ਦਵੈਸ਼ ਤੋਂ, ਕ੍ਰੋਧ ਤੋਂ, ਮੋਹ ਤੋਂ, ਲਾਲਚ ਤੋਂ, ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ, ਜੀਵਨ ਮੁਕਤ ਬਣ ਜਾਂਦੇ ਹਨ। ਮਾਇਆ ਮੈਂ ਉਦਾਸ। ਬੇਸ਼ੱਕ ਉਹਨਾਂ ਕੋਲ ਫੈਕਟਰੀਆਂ ਹੋਣ, ਖੇਤ ਹੋਣ, ਪਦਾਰਥ ਹੋਣ, ਪਦਾਰਥਾਂ ਵਿੱਚ ਰਹਿੰਦੇ ਹੋਏ ਵੀ ਉਹ ਪਦਾਰਥਾਂ ਤੋਂ ਉਦਾਸ ਹੋ ਜਾਂਦੇ ਹਨ। ਪਦਾਰਥਾਂ ਦੇ ਨਾਲ ਉਹਨਾਂ ਦਾ ਮੋਹ ਜਿਹੜਾ ਹੈ ਉਹ ਮੁੱਕ ਜਾਂਦਾ ਹੈ। ਮਾਇਆ ਵਿੱਚ ਰਹਿੰਦੇ ਹੋਏ ਵੀ ਉਦਾਸ ਹੋ ਜਾਂਦੇ ਹਨ। ਬਾਸ, ਉਹਨਾਂ ਦਾ ਵਾਸਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਤੇ ਬੰਧ ਨਿਰਬੰਧ ਹੈ, ਬੰਧਨਾਂ ਵਿੱਚ ਰਹਿੰਦੇ ਹੋਏ ਵੀ ਨਿਰਬੰਧ ਹੋ ਜਾਂਦੇ ਹਨ। ਅਰਥਾਤ ਬੇਸ਼ੱਕ ਉਹਨਾਂ ਦਾ ਪਰਿਵਾਰ ਹੁੰਦਾ ਹੈ, ਉਹਨਾਂ ਦਾ ਕੰਮ ਧੰਦਾ ਹੁੰਦਾ ਹੈ, ਨੌਕਰੀ ਹੁੰਦੀ ਹੈ, ਦੁਨੀਆ ਦੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਉਹ ਇਹਨਾਂ ਵਿੱਚ ਖਚਿਤ ਨਹੀਂ ਹੁੰਦੇ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਂਦੇ ਹਨ ਕਿ ਸਾਡਾ ਵਸੇਬਾ ਇਸ ਧਰਤੀ ਦੇ ਉੱਤੇ ਆਰਜ਼ੀ ਹੈ, ਟੈਂਪਰੇਰੀ ਹੈ, ਤੇ ਇੱਕ ਦਿਨ ਅਸੀਂ ਇੱਥੋਂ ਸਭ ਕੁਝ ਛੱਡ ਕੇ, ਸਾਰੇ ਰਿਸ਼ਤੇ ਨਾਤੇ ਤੋੜ ਕੇ ਅਸੀਂ ਇੱਥੋਂ ਚਲੇ ਜਾਣਾ ਹੈ। ਤੇ ਜੇ ਇੱਕੋ ਇੱਕ ਰਿਸ਼ਤਾ ਸੱਚਾ ਹੈ, ਉਹ ਹੈ ਗੁਰੂ ਦੇ ਨਾਲ, ਅਕਾਲ ਪੁਰਖ ਪਰਮਾਤਮਾ ਦੇ ਨਾਲ, ਜੋ ਜੀਵਨ ਦੇ ਮਕਸਦ ਨੂੰ ਹਮੇਸ਼ਾ ਚੇਤੇ ਰੱਖ ਕੇ ਆਪਣੀ ਜ਼ਿੰਦਗੀ ਬਸ਼ਰ ਕਰਦੇ ਹਨ। ਸੋ ਐਸੀ ਸੰਖੇਪ ਵਿਚਾਰ ਸ਼ਬਦ ਮਨੂਰ ਦੀ ਅਤੇ ਕੁਝ ਉਦਾਹਰਣ ਗੁਰਬਾਣੀ ਵਿੱਚੋਂ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।